ਹੁਣ ਇਸ ਚੀਜ਼ ਨੂੰ ਆਪਾਂ ਐਕਸਪੈਰੀਮੈਂਟ ਹੈ ਔਰ ਇਹ ਬਲੈਕ ਫੰਗਸ ਕਾਫੀ ਤੇਜ਼ੀ ਦੇ ਨਾਲ ਜੋ ਕਾਫੀ ਹਜ਼ਾਰਾਂ ਦੇ ਵਿੱਚ ਨੂੰ ਨਹੀਂ ਪਤਾ ਜਾਂ ਆਮ ਜਨਤਾ ਨੂੰ ਨਹੀਂ ਪਤਾ ਜਾਂ ਜਿਹੜੇ ਉਹ ਤੋਂ ਛੁਪਾਏ ਜਾ ਰਹੇ ਆ ਨਹੀਂ ਹੈ ਔਰ ਅਲਟੀਮੇਟਲੀ ਤਾਂ ਇਹ ਜੋ ਬਿਮਾਰੀ ਆਈ ਹੈ ਇਹਦਾ ਐਂਡ ਵੀ ਵੈਰੀ ਗੁੱਡ ਈਵਨਿੰਗ ਫਰੈਂਡਸ। ਤੁਸੀਂ ਜੁੜ ਚੁੱਕੇ ਇਸ ਟਾਈਮ ਮਨੂ ਅਰੋੜਾ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਤੇ ਔਰ ਇਸ ਟਾਈਮ ਤੁਸੀਂ ਦੇਖ ਰਹੇ ਹੋ ਟਾਕ ਵਿਦ ਮਨੂ ਸ਼ੋ ਔਰ ਅੱਜ ਸਾਡੀ ਟਾਕ ਹੋਣ ਜਾ ਰਹੀ ਹੈ ਡਾਕਟਰ ਐਸ ਰਾਜਨ ਨਾਲ। MBBS MS ਡਾਕਟਰ ਰਾਜਨ ਆਈ ਕੇਅਰ ਹਸਪੀਟਲ ਦੇ ਡਾਇਰੈਕਟਰ ਨੇ। ਹਾਂਜੀ ਡਾਕਟਰ ਸਾਹਿਬ ਵੈਰੀ ਗੁੱਡ ਈਵਨਿੰਗ। ਗੁੱਡ ਈਵਨਿੰਗ ਜੀ ਸਾਰਿਆਂ ਨੂੰ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਟਾਕ ਵਿਦ ਮਨੂ ਸ਼ੋ ਤੇ ਔਰ ਅੱਜ ਦਾ ਸਾਡਾ ਜਿਹੜਾ ਟੌਪਿਕ ਰਹੇਗਾ ਫੰਗਸ ਰਹੇਗੀ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਪੋਸਟ ਕੋਵਿਡ ਪੇਸ਼ੈਂਟਸ ਆ ਜਿਹੜੇ ਜਿਨ੍ਹਾਂ ਦੇ ਕੋਵਿਡ ਤੋਂ ਬਾਅਦ ਜਿਹੜੇ ਠੀਕ ਹੋਏ ਆ ਨੈਗੇਟਿਵ ਰਿਪੋਰਟ ਆਈ ਹੈ ਬਟ ਥੋੜ੍ਹੇ ਦਿਨਾਂ ਬਾਅਦ ਜੋ ਹੈ ਡੈਥ ਰੇਟ ਥੋੜ੍ਹਾ ਵਧਿਆ ਹੈ ਤਾਂ ਜਦੋਂ ਕਾਰਨ ਨਿਕਲ ਕੇ ਸਾਹਮਣੇ ਆਇਆ ਤਾਂ ਉਹ ਬਲੈਕ ਫੰਗਸ ਹੈ ਔਰ ਇਹ ਬਲੈਕ ਫੰਗਸ ਕਾਫੀ ਤੇਜ਼ੀ ਦੇ ਨਾਲ ਜੋ ਕਾਫੀ ਹਜ਼ਾਰਾਂ ਦੇ ਵਿੱਚ ਹੁਣ ਕੇਸ ਚਲੇ ਗਏ ਆ ਔਰ ਇਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਕੋਈ ਇੰਨੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜਿਹੜੀ ਬਲੈਕ ਨਹੀਂ ਡਾਕਟਰ ਸਾਹਿਬ ਅਸੀਂ ਇਹ ਜਾਣਨਾ ਚਾਹਾਂਗੇ ਪਹਿਲੇ ਤਾਂ ਇਹ ਜਿਹੜੇ ਫੰਗਸ ਹੈ ਆਪਾਂ ਉੱਲੀ ਨੂੰ ਹੀ ਕਹਿੰਦੇ ਜਿੱਦਾਂ ਪੰਜਾਬੀ 'ਚ ਉੱਲੀ ਨੂੰ ਕਹਿ ਦਿੰਦੇ ਆ ਇਹ ਉਹਦਾ ਇੱਕ ਰੂਪ ਹੈ ਜਾਂ ਕੁਛ ਅਲੱਗ ਚੀਜ਼ ਹੈ? ਬਿਲਕੁਲ ਜਿੱਦਾਂ ਉੱਲੀ ਹੁੰਦੀ ਹੈ ਨਾ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਆ ਤੇ ਇਹ ਫੰਗਸ ਸੇਮ ਹੈਗਾ ਆ ਜਿੱਦਾਂ ਬ੍ਰੈਡ ਦੇ ਉੱਤੇ ਲੱਗ ਜਾਂਦੀ ਜਾਂ ਆਪਾਂ ਹੋਰ ਵੀ ਜਿੱਥੇ ਸਿੱਲਣ ਹੈਗੀ ਆ ਜਾਂ ਜਿੱਥੇ ਹਿਊਮਿਡਿਟੀ ਥੋੜ੍ਹਾ ਜ਼ਿਆਦਾ ਹੈਗਾ ਉੱਥੇ ਇਹ ਜਿਹੜੀ ਆ ਫੰਗਸ ਜ਼ਿਆਦਾ ਹੋ ਜਾਂਦੀ ਹੈ ਔਰ ਇੱਕ ਮਤਲਬ ਕਿ ਜਿਹੜੇ ਵੀ ਪੇਸ਼ੈਂਟ ਦੇ ਅੰਦਰ ਜਾ ਰਹੀ ਹੈ এনवायरमेंट ਤੋਂ ਹੀ ਜਾ ਰਹੀ ਹੈ এনवायरमेंट ਤੋਂ ਹੀ ਉਹ ਕੈਚ ਕਰ ਰਿਹਾ ਪੇਸ਼ੈਂਟ। ਬਿਲਕੁਲ ਜਿੱਥੇ ਹਿਊਮਿਡ ਜ਼ਿਆਦਾ ਹੈ ਜਿੱਥੇ ਸਿੱਲਣ ਹੈ ਜਿੱਥੇ ਪਾਣੀ ਇਕੱਠਾ ਹੁੰਦਾ ਜਿੱਥੇ ਮਿੱਟੀ ਵਗੈਰਾ ਇਸ ਤਰ੍ਹਾਂ ਦੀ ਸੋਇਲ ਹੈਗੀ ਉਹ 'ਚ ਵੀ ਇਹ ਫੰਗਸ ਜਿਹੜੀ ਆ ਉਸ ਤੋਂ ਸਾਡੇ ਬਾਡੀ ਦੇ ਵਿੱਚ ਚਲ ਜਾਂਦੀ ਹੈ। ਮਤਲਬ ਇਹ ਜਾਂਦੀ ਬਟ ਉਸੇ ਪੇਸ਼ੈਂਟ ਸੈਚ ਦੇ ਵਿੱਚ ਹੈ ਜਾਂ ਉਹਨਾਂ ਸਿਟੀਜ਼ਨਸ ਦੇ ਵਿੱਚ ਹੀ ਹੈ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਇਹ ਕਹਿ ਸਕਦੇ ਹਾਂ ਆਪਾਂ? ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਕੋਰੋਨਾ ਵਾਇਰਸ ਹੈ ਘਰ ਦੇ ਵਿੱਚੋਂ 7 ਮੈਂਬਰ ਹੁੰਦੇ ਆ 4 ਦੀ ਰਿਪੋਰਟ ਪੋਜ਼ਿਟਿਵ ਆਉਂਦੀ 3 ਦੀ ਨੈਗੇਟਿਵ ਹੁੰਦੀ ਹੈ। ਕਹਿਣ ਦਾ ਮਤਲਬ ਕਿ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਉਹਨਾਂ ਨੂੰ ਹੀ ਜਿੰਨੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਹੁੰਦੀਆਂ। ਸਾਡਾ ਜਿਹੜੇ ਅੰਦਰ ਪਰਮਾਤਮਾ ਨੇ ਇਸ ਤਰ੍ਹਾਂ ਦਾ ਸਿਸਟਮ ਦਿੱਤਾ ਹੈ ਇਮਿਊਨਿਟੀ ਉਹ ਆਪਣੇ ਆਪ ਫਾਈਟ ਕਰਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਚਾਹੇ ਬੈਕਟੀਰੀਆ ਹੋ ਜਾਏ ਵਾਇਰਸ ਹੋ ਜਾਏ ਫੰਗਸ ਹੋ ਜਾਏ ਪਰ ਜਦੋਂ ਜਿਹੜੀ ਫੰਗਸ ਹੈ ਉਹਦੀ ਜਿਹੜੀ ਸਟਰੈਂਥ ਆ ਸਾਡੀ ਬਾਡੀ ਤੋਂ ਜ਼ਿਆਦਾ ਹੋ ਜਾਂਦੀ ਆ ਫਿਰ ਉਹ ਸਾਡੀ ਬਾਡੀ 'ਤੇ ਅਟੈਕ ਕਰਦੀ ਹੈ ਔਰ ਇਸ ਦੇ ਨਾਲ ਹੀ ਜੋ ਬੈਡ ਰਿਜ਼ਲਟਸ ਹਨ ਸਾਨੂੰ ਉਹ ਦੇਖਣ ਦੇ ਵਿੱਚ ਜੋ ਆਉਂਦੇ ਆ। ਡਾਕਟਰ ਸਾਹਿਬ ਕੋਈ ਗ੍ਰੇ ਏਰੀਆਜ਼ ਵੀ ਹੈ ਜਾਂ ਕੁਝ ਐਦਾਂ ਦੇ ਪੁਆਇੰਟਸ ਵੀ ਹੈ ਜੋ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਜਾਂ ਆਮ ਜਨਤਾ ਨੂੰ ਨਹੀਂ ਪਤਾ ਜਾਂ ਜਿਹੜੇ ਉਹ ਤੋਂ ਛੁਪਾਏ ਜਾ ਰਹੇ ਆ ਕੋਈ ਐਦਾਂ ਦੀ ਗੱਲ ਹੈ ਕੋਈ ਗਵਰਨਮੈਂਟ ਵੱਲੋਂ ਜਾਂ ਕਿਸੇ ਵੱਲੋਂ ਗੱਲ ਛੁਪਾਈ ਜਾ ਰਹੀ ਹੈ ਜਿਹੜੀ ਸਾਨੂੰ ਨਾ ਪਤਾ ਹੋਏ ਜਾਂ ਪਤਾ ਹੋਣੀ ਚਾਹੀਦੀ ਹੈ? ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਨਹੀਂ ਹੈ। ਗਵਰਨਮੈਂਟ ਬਹੁਤ ਜੋ ਇਸ ਦੇ ਵਿੱਚ ਡੇ ਬਾਈ ਡੇ ਬਹੁਤ ਹੀ ਅੱਛਾ ਜੋ ਮੈਨੇਜ ਕਰ ਰਹੀ ਹੈ ਲੋਕਾਂ ਨੂੰ ਦੱਸ ਰਹੀ ਹੈ ਅਵੇਅਰ ਕਰ ਰਹੀ ਹੈ। ਇਹਦੇ ਵਿੱਚ ਜੋ ਮੇਨ ਜੋ ਦੇਖਣ 'ਚ ਆਇਆ ਹੈ ਕਿ ਕਿਉਂ ਵੱਧ ਰਹੀ ਹੈ ਉਹਦੇ 2-3 ਕਾਰਨ ਹੈ। ਇੱਕ ਤਾਂ ਜਦੋਂ ਆਕਸੀਜਨ ਜਿਹੜੀ ਹੈਗੀ ਹੈ 4-5 ਦਿਨ 6 ਦਿਨ ਇਸ ਤੋਂ ਜ਼ਿਆਦਾ ਜਦੋਂ ਆਕਸੀਜਨ 'ਤੇ ਹੁੰਦਾ ਹੈ ਉਹਨਾਂ ਪੇਸ਼ੈਂਟ ਦੇ ਵਿੱਚ ਇਹ ਸੰਭਾਵਨਾ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ ਔਰ ਦੂਸਰਾ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਅਸੀਂ ਆਪਣਾ ਸ਼ੂਗਰ ਦਾ ਜੋ ਮੇਨ ਜਿਹੜਾ ਸਾਡਾ ਬਲੱਡ ਸ਼ੂਗਰ ਲੈਵਲ ਹੈ ਦੈਟ ਇਜ਼ ਵੈਰੀ ਇੰਪੋਰਟੈਂਟ ਇਨ ਥੀਸ ਕੇਸਿਸ ਬਿਕੋਜ਼ ਜਦੋਂ ਸ਼ੂਗਰ ਲੈਵਲ ਹੈ ਅਸੀਂ ਕੀ ਕਰਦੇ ਹਾਂ ਕਿ ਸਾਡਾ ਸਾਰਾ ਕੌਨਸਨਟ੍ਰੇਸ਼ਨ ਸਾਡਾ ਦਿਮਾਗ ਕੋਰੋਨਾ ਤੋਂ ਬਾਅਦ ਸਾਡਾ ਆਕਸੀਜਨ ਸੈਚੂਰੇਸ਼ਨ 'ਤੇ ਹੁੰਦਾ ਕਿ ਸਾਡੀ ਆਕਸੀਜਨ ਕਿੰਨੀ ਆ। ਅਸੀਂ ਬਾਰ-ਬਾਰ ਉਹ ਮਸ਼ੀਨ ਲਗਾ ਕੇ ਦੇਖਦੇ ਹਾਂ ਕਿ ਜਿਹੜੀ ਆਕਸੀਜਨ ਸਾਡੀ ਉਸ ਦਾ ਲੈਵਲ ਕੀ ਹੈਗਾ PO2 ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਜਿਹੜਾ ਅਸੀਂ ਦੇਖਦੇ ਹਾਂ ਬਟ ਜਿਹੜਾ ਸਾਡੇ ਬਾਡੀ ਦਾ ਦੂਸਰੇ ਜਿੱਦੇ ਵਾਈਟਲਸ ਹੈਗੇ ਜਿਸ ਤਰ੍ਹਾਂ ਜਿੱਦਾਂ ਗਲੂਕੋਜ਼ ਲੈਵਲ ਬਲੱਡ ਗਲੂਕੋਜ਼ ਲੈਵਲ ਹੈ ਅਸੀਂ ਆਪਣੀ ਸ਼ੂਗਰ ਲੈਵਲ ਹੈ ਉਸ ਨੂੰ ਅਸੀਂ ਐਗਜ਼ਾਮਿਨ ਕਰਨਾ ਭੁੱਲ ਜਾਂਦੇ ਹਾਂ ਔਰ ਕਈ ਵਾਰੀ ਕੀ ਹੁੰਦਾ ਕਿ ਡਾਕਟਰ ਜਾਂ ਜਦੋਂ ਟ੍ਰੀਟਮੈਂਟ ਦੇ ਵਿੱਚ ਸਟੀਰੋਇਡ ਦਿੱਤਾ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਸ਼ੂਗਰ ਦਾ ਲੈਵਲ ਕਈ ਵਾਰੀ ਅਪ ਹੋ ਜਾਂਦਾ ਹੈ ਔਰ ਉਹਨਾਂ ਕੇਸਿਸ ਦੇ ਵਿੱਚ ਜਿਹੜੇ ਫੰਗਸ ਹੁੰਦੇ ਹਨ ਉਹਨਾਂ ਦਾ ਜੋ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ ਨਾਰਮਲ ਨਾਲੋਂ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਸੋ ਇੱਕ ਮੇਨ ਗੱਲ ਇਹ ਆ ਕਿ ਅਸੀਂ ਆਪਣੀ ਸ਼ੂਗਰ ਦਾ ਬਹੁਤ ਜ਼ਿਆਦਾ ਧਿਆਨ ਰੱਖੀਏ ਔਰ ਕੋਈ ਵੀ ਦਵਾਈ ਅਸੀਂ ਸਟੀਰੋਇਡ ਵਗੈਰਾ ਆਪਣੇ ਆਪ ਨਹੀਂ ਲੈਣੇ ਜਦੋਂ ਸਾਨੂੰ ਡਾਕਟਰ ਪ੍ਰਿਸਕ੍ਰਾਈਬ ਕਰਦਾ ਹੈ ਉਦੋਂ ਅਸੀਂ ਸਟੀਰੋਇਡ ਲੈਣੇ ਹਨ। ਇਹਨੂੰ ਇੱਕ ਅਸੀਂ ਟਰਾਂਸਮਿਸੇਬਲ ਡਿਜ਼ੀਜ਼ ਦਾ ਨਾਮ ਦੇ ਸਕਦੇ ਹਾਂ? ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇੱਕ ਹਿਊਮਨ ਤੋਂ ਦੂਸਰੇ ਹਿਊਮਨ ਨੂੰ ਹੁੰਦੀ ਹੈ ਤਾਂ ਜਦੋਂ ਇਮਿਊਨਿਟੀ ਤੁਹਾਨੂੰ ਦੱਸਿਆ ਨਾ ਇਹ ਜਿਹੜੇ ਬੈਕਟੀਰੀਆ ਵਾਇਰਸ ਫੰਗਸ ਹੈ ਸਾਡੇ এনवायरमेंट ਦੇ ਵਿੱਚ ਹੈਗੇ ਆਲਰੇਡੀ ਹੈ ਸਾਡੇ ਮੀਨਸ ਸਾਡੇ ਆਪਣੀ ਅੰਦਰ ਦੀ ਸ਼ਕਤੀ ਘਟ ਜਾਂਦੀ ਆ ਆਪਣੀ ਅੰਦਰ ਦੀ ਘਟੀ ਸ਼ਕਤੀ ਕਰਕੇ ਜਿਹੜੀ এনवायरमेंट ਦੇ ਵਿੱਚ ਜਿਹੜੀ ਉੱਲੀ ਹੈ ਜਾਂ ਵਾਇਰਸ ਹੈਗੀ ਜਾਂ ਫੰਗਸ ਹੈਗੀ ਆ ਉਹ ਅਸੀਂ ਬੋਡੀ ਕੈਚ ਕਰ ਲੈਂਦੀ ਹੈ ਤਾਂ ਉਹ ਆਪਣੇ ਅੰਦਰ ਉਹਨੂੰ ਪਨਪਣਾ ਸ਼ੁਰੂ ਕਰ ਦਿੰਦੀ ਹੈ ਵਧਾਉਣਾ ਸ਼ੁਰੂ ਕਰ ਦਿੰਦੀ ਹੈ।
ਤਾਂ ਫਿਰ ਅਸੀਂ ਕਿਆ ਇਹਨੂੰ ਇੱਕ ਡੈਡਲੀ ਡਿਜ਼ੀਜ਼ ਕਹਿ ਸਕਦੇ ਹਾਂ, ਕਿਉਂਕਿ ਬਹੁਤ ਵਾਰੀ ਦੇਖਣ ਨੂੰ ਆਇਆ ਕਿ ਆਪਰੇਸ਼ਨ ਤੱਕ ਨੌਬਤ ਆ ਜਾਂਦੀ ਹੈ, ਸਾਨੂੰ ਅੱਖਾਂ ਕੱਢਣੀਆਂ ਪੈ ਜਾਂਦੀਆਂ, ਫੇਸ ਦਾ ਕੁਝ ਹਿੱਸਾ ਕੱਟਣਾ ਪੈ ਜਾਂਦਾ ਹੈ ਜਾਂ ਸਮਥਿੰਗ ਲਾਈਕ ਡੈਟ। ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹ ਰਿਹਾ? ਡੈਡਲੀ ਡਿਜ਼ੀਜ਼ ਤਾਂ ਹੈ ਹੀ, ਕਿਉਂਕਿ ਇਹਦੇ 'ਚ ਕੀ ਹੋ ਜਾਂਦਾ ਕਿ ਜਦੋਂ ਇਹ ਸਾਡੇ ਸਭ ਤੋਂ ਪਹਿਲਾਂ ਮੋਸਟਲੀ ਇਹ ਸਕਿਨ 'ਤੇ ਹੁੰਦੀ ਹੈ, ਕਿ ਸਾਡਾ ਫੇਸ ਹੁੰਦਾ ਉਹਦੀ ਸਵੈਲਿੰਗ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹ ਸਾਡੇ ਨੱਕ 'ਚ ਟਰੈਵਲ ਕਰਦੀ ਹੈ, ਨੋਸਟਰਲ 'ਚ ਜਾਂਦੀ ਹੈ, ਔਰ ਇੱਕ ਨੱਕ ਬੰਦ ਹੋ ਜਾਂਦਾ, ਔਰ ਕਈ ਵਾਰੀ ਡਿਸਚਾਰਜ ਸ਼ੁਰੂ ਹੋ ਜਾਂਦਾ। ਜਿਹੜਾ ਇਹਦੇ ਵਿੱਚੋਂ ਡਿਸਚਾਰਜ ਹੁੰਦਾ ਉਹ ਬਲੈਕ ਕਲਰ ਦਾ ਜਾਂ ਬਰਾਊਨ ਕਲਰ ਦਾ ਡਿਸਚਾਰਜ ਨੱਕ 'ਚੋਂ ਹੁੰਦਾ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜੋ ਡਾਕਟਰ ਸਾਹਿਬ ਇਸ ਟਾਈਮ ਦੱਸ ਰਹੇ, ਇੱਕ ਸਿੰਪਟਮਸ ਦੱਸ ਰਹੇ ਆ ਕਿ ਤੁਹਾਨੂੰ ਉਸ ਸਿੰਪਟਮਸ ਤੋਂ ਪਤਾ ਲੱਗ ਜਾਏ ਵੀ ਕਿਸ ਵੇਲੇ ਡਿਸੀਜ਼ ਹੋਣ ਜਾ ਰਹੀ ਹੈ। ਜਿੱਦਾਂ ਕੋਈ ਹੈਡੇਕ ਹੋ ਰਿਹਾ ਜਾਂ ਕਿਸੇ ਪੋਰਸ਼ਨ 'ਚ ਫੇਸ 'ਤੇ ਤੁਹਾਡੇ ਦਰਦ ਹੋ ਰਿਹਾ ਜਾਂ ਇੱਕ ਨੱਕ ਬੰਦ ਹੋ ਰਿਹਾ, ਜਾਂ ਇਹ ਜੋ ਵੀ ਕੁਝ ਦੱਸ ਰਹੇ ਇੱਕ ਤਰ੍ਹਾਂ ਦੇ ਸਿੰਪਟਮਸ ਹੈਗੇ। ਜਿਸ ਤਰ੍ਹਾਂ ਦੇ ਸਿੰਪਟਮਸ ਹੈਗੇ ਤੁਹਾਨੂੰ ਅਰਲੀਅਰ ਸਟੇਜ 'ਤੇ ਹੀ ਪਤਾ ਲੱਗ ਜਾਂਦਾ, ਤੇ ਜੇ ਉਸੇ ਵੇਲੇ ਤੁਸੀਂ ਡਾਕਟਰ ਸਾਹਿਬ ਕੋ ਆ ਜਾਓ ਤਾਂ ਇਹਦਾ ਫਾਇਦਾ ਹੋ ਸਕਦਾ। ਹਾਂਜੀ ਡਾਕਟਰ ਸਾਹਿਬ, ਇਹੀ ਤੁਹਾਡਾ ਮਕਸਦ ਹੈ? ਬਿਲਕੁਲ, ਕਿਉਂਕਿ ਜਿਹੜੀ ਇਹ ਫਸਟ 2 ਸਟੇजेस ਹੈ ਇਹ ਬਹੁਤ ਇੰਪੋਰਟੈਂਟ ਹੁੰਦੀ ਹੈ, ਕਿ ਜਦੋਂ ਇਹ ਸਾਡੇ ਇੱਥੇ ਨੋਸਟਰਲਸ ਤੱਕ ਹੀ ਆਉਂਦੀ ਹੈਗੀ ਆ, ਤੋ ਜੇ ਅਸੀਂ ਉਸ 'ਤੇ ਹੀ ਇਹਨੂੰ ਕੰਟਰੋਲ 'ਚ ਕਰ ਲੈਂਦੇ ਹਾਂ, ਸਾਨੂੰ ਡਾਇਗਨੋਸ ਕਨਫਰਮ ਹੋ ਜਾਂਦਾ ਕਿ ਬਲੈਕ ਫੰਗਸ ਹੈ। ENT ਸਰਜਨ ਕੋ ਜਾ ਕੇ ਉਹ ਸੈਂਪਲ ਲੈ ਕੇ ਇਹਨੂੰ ਕਨਫਰਮ ਕਰ ਦਿੰਦਾ ਕਿ ਮਿਕੋਰਮਾਈਕੋਸਿਸ ਹੈ। ਤਾਂ ਉਸ ਤੋਂ ਬਾਅਦ ਜਿਹੜਾ ਇਹਦਾ ਟਰੀਟਮੈਂਟ ਹੈ ਉਹ ਆਸਾਨ ਰਹਿੰਦਾ ਹੈ, ਇਸ ਨੂੰ ਫੈਲਣ ਤੋਂ ਰੋਕਿਆ ਜਾਂਦਾ ਹੈ, ਇਹਨੂੰ ਕੱਢ ਦਿੱਤਾ ਜਾਵੇ ਟਾਈਮ ਸਿਰ, ਤਾਂ ਇਹ ਡੈਡਲੀ ਨਹੀਂ ਹੁੰਦੀ। ਕਿਉਂਕਿ ਇਹ ਡੈਡਲੀ ਉਦੋਂ ਹੁੰਦੀ ਹੈ ਜਦੋਂ ਇਹ ਸਾਡੇ ਜਿਹੜੇ ਲੰਗਸ ਹੈ ਉਹਦੇ ਵਿੱਚ ਚਲ ਜਾਂਦੀ ਹੈ ਜਾਂ ਬ੍ਰੇਨ 'ਚ ਚਲ ਜਾਂਦੀ ਹੈ। ਉਸ ਤੋਂ ਬਾਅਦ ਦੇਖੋ ਡਾਕਟਰ ਸਾਹਿਬ, ਅਸੀਂ ਜਦੋਂ ਆਮ ਜਨਤਾ ਹੈਗੀ ਜਿਹੜੀ ਨੂੰ ਇੰਨੀ ਸਾਇੰਸ ਦੀ ਨਹੀਂ ਨੌਲੇਜ ਹੈਗੀ, ਆਪਾਂ ਖੁਦ ਡਾਕਟਰ ਨਹੀਂ ਹੈਗੇ, ਅਸੀਂ ਹੈਡਲਾਈਨਸ ਦੇਖਦੇ ਹਾਂ ਨਿਊਜ਼ ਦੇ ਵਿੱਚ। ਪਹਿਲੇ ਪੂਰੇ ਸਾਲ 'ਚ 10 ਕੇਸ ਆਉਂਦੇ ਸੀਗੇ ਬਲੈਕ ਫੰਗਸ ਦੇ, ਹੁਣ ਰੋਜ਼ ਦੇ 10 ਤੋਂ 12 ਕੇਸ ਆ ਰਹੇ ਆ ਬਲੈਕ ਫੰਗਸ ਦੇ। ਤਾਂ ਕੁਝ ਸਟੇਟਸ ਆਪਾਂ ਦੇਖ ਰਹੇ ਹਾਂ ਜਿੱਥੇ 2200 ਕੇਸ ਆ ਚੁੱਕੇ, ਜਿੱਦਾਂ ਗੁਜਰਾਤ ਦੇ ਵਿੱਚ। ਆਪਾਂ ਮਹਾਰਾਸ਼ਟਰ 'ਚ ਦੇਖਦੇ ਹਾਂ 2000 ਤੋਂ ਉੱਪਰ ਕੇਸ ਆ ਰਹੇ ਆ, ਤਾਂ ਸਾਨੂੰ ਡਰ ਲੱਗਦਾ, ਤਾਂ ਸਾਨੂੰ ਇਹ ਥੋੜ੍ਹਾ ਡਰਾਵਨੀ ਲੱਗਦੀ ਹੈ। ਡਰਾਵਨੀ ਤਾਂ ਹੈ, ਪਰ ਇਹ ਹੈ ਕਿ ਜੇ ਅਸੀਂ ਥੋੜ੍ਹਾ ਅਲਰਟ ਰਵਾਂਗੇ, ਥੋੜ੍ਹਾ ਅਵੇਅਰ ਰੱਖਾਂਗੇ, ਤਾਂ ਇਹ ਡਰਾਵਨੀ ਨਹੀਂ ਵੀ ਹੈ। ਇਹ ਕੁਛ ਆਪਣੇ ਅਸੀਂ ਇਹ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ, ਕੁਛ ਦਰਸ਼ਕ ਸੈਲਫ ਡਾਇਗਨੋਸਿਸ ਕਰਦੇ ਨੇ ਔਰ ਆਪਣੇ ਆਪ ਹੀ ਸਟੀਰੋਇਡਸ ਲੈਣਾ ਸ਼ੁਰੂ ਕਰ ਦਿੰਦੇ ਨੇ। ਅਸੀਂ ਡਾਕਟਰ ਸਾਹਿਬ ਕੋ ਜਾਣਨਾ ਚਾਹਾਂਗੇ ਕਿ ਇਹ ਸਹੀ ਆਦਤ ਹੈ? ਦੇਖੋ, ਸਟੀਰੋਇਡ ਤਾਂ ਕਦੀ ਵੀ ਆਪਣੇ ਆਪ ਨਹੀਂ ਲੈਣੇ ਚਾਹੀਦੇ। ਈਵਨ ਕੋਈ ਵੀ ਮੈਡੀਸਨ ਜਿਹੜੀ ਹੈਗੀ ਤੁਹਾਨੂੰ ਆਪਣੇ ਆਪ ਸਾਨੂੰ ਨਹੀਂ ਲੈਣੀ ਚਾਹੀਦੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਜਿਹੜੀ ਅੱਖਾਂ ਦੀ ਕੰਪਲਿਕੇਸ਼ਨ, ਮੈਂ ਤੁਹਾਨੂੰ ਪਹਿਲਾਂ ਥੋੜੀ ਦੱਸਣੀ ਭੁੱਲ ਗਿਆ ਸੀ ਕਿ ਅੱਖਾਂ ਦੇ ਵਿੱਚ ਕੀ ਕਰਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਇਹ ਸਾਡੀ ਜਿਹੜੀ ਫੰਗਸ ਹੁੰਦੀ ਹੈ ਅੱਖ ਦੇ ਵਿੱਚ ਆਉਂਦੀ ਹੈ, ਔਰ ਅੱਖ ਜਿਹੜੀ ਆ ਇਸ ਤਰ੍ਹਾਂ ਬਾਹਰ ਨੂੰ ਆ ਜਾਂਦੀ ਹੈ, ਜਿਹਨੂੰ ਅਸੀਂ ਪ੍ਰੋਪਟੋਸਿਸ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਅੱਖ ਬੰਦ, ਖੁੱਲ੍ਹਦੀ ਨਹੀਂ ਹੈਗੀ, ਅੱਖ ਇਸ ਤਰ੍ਹਾਂ ਹੀ ਰਹਿੰਦੀ ਹੈ। ਔਰ ਉਸ ਤੋਂ ਬਾਅਦ ਜਿਹੜੀ ਹੈ ਅੱਖ ਜਿਹੜੀ ਰੈੱਡ ਹੋ ਜਾਂਦੀ ਹੈ, ਦੋ ਦਿਖਣ ਲੱਗ ਪੈਂਦੇ ਹਨ, ਔਰ ਕਈ ਵਾਰੀ ਤਾਂ ਫਿਰ ਅੱਖ ਨੂੰ ਰਿਮੂਵ ਵੀ ਕਰਨਾ ਪੈਂਦਾ ਹੈ। ਇਹ ਆਈ ਥਿੰਕ ਲੈਵਲ 3 ਤੱਕ ਦੇ ਸਟੇਜ ਦੀ ਗੱਲ ਹੈ। ਬਿਲਕੁਲ, ਲੈਵਲ 3 ਤੱਕ। ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਲੈਵਲ 3 ਤੱਕ ਨਾ ਤੁਸੀਂ ਇਸ ਚੀਜ਼ ਨੂੰ ਪਹੁੰਚਣ ਦਿਓ। ਲੈਵਲ 1 ਜਾਂ ਲੈਵਲ 2 ਤੇ ਜਦੋਂ ਤੁਹਾਨੂੰ ਫੇਸ ਤੇ ਕਿਸੇ ਵੀ ਤਰ੍ਹਾਂ ਦੀ ਦਰਦ ਹੁੰਦੀ ਹੈ, ਕੋਈ ਸਕਿਨ ਐਲਰਜੀ ਹੁੰਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਦਰਦ ਫੀਲ ਹੁੰਦੀ ਹੈ ਫੇਸ ਤੇ ਕਿਸੇ ਵੀ ਪਾਰਟ ਤੇ, ਤੁਸੀਂ ਉਸੇ ਟਾਈਮ ਡਾਕਟਰ ਸਾਹਿਬ ਨਾਲ ਕੰਸਲਟ ਕਰੋ। ਔਰ ਡਾਕਟਰ ਸਾਹਿਬ ਨੇ ਜਿੱਦਾਂ ਤੁਹਾਨੂੰ ਦੱਸਿਆ, ਸੈਲਫ ਡਾਇਗਨੋਸਿਸ ਨਹੀਂ ਹੋਣੀ ਚਾਹੀਦੀ, ਖਾਸ ਕਰ ਸਟੀਰੋਇਡਸ ਦੀ। ਉਹਦੇ ਨਾਲ ਸਟੀਰੋਇਡਸ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇਮਿਊਨਿਟੀ ਬਾਡੀ ਦੀ ਡਾਊਨ ਜਾਂਦੀ ਹੈ, ਜਿਹੜੀ ਖਤਰਨਾਕ ਕੰਮ ਹੈ। ਔਰ ਖਾਸ ਕਰ ਡਾਇਬਟੀਜ਼ ਦਾ ਵੀ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਹੈ। ਡਾਇਬਟੀਜ਼ ਪੇਸ਼ੈਂਟਸ ਨੂੰ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ। ਸੈਲਫ ਡਾਇਗਨੋਸਿਸ ਕਦੀ ਨਹੀਂ ਕਰਨੀ ਚਾਹੀਦੀ, ਕਿਉਂਕਿ ਡਾਇਬਟੀਜ਼ ਪੇਸ਼ੈਂਟਸ ਦੀ ਵੀ ਇਮਿਊਨਿਟੀ ਡਾਊਨ ਜਾਂਦੀ ਹੈ ਇਹਦੇ ਨਾਲ, ਜਦੋਂ ਆਪਾਂ ਸਟੀਰੋਇਡਸ ਲੈਂਦੇ ਹਾਂ। ਔਰ ਕਈ ਵਾਰ ਡਾਇਬਟੀਜ਼ ਲੈਵਲ ਸ਼ੂਟ ਅਪ ਕਰ ਜਾਂਦਾ ਤਾਂ ਉਹ ਇੱਕ ਹਾਨੀਕਾਰਕ ਹੋ ਜਾਂਦਾ ਉਸ ਵੇਲੇ ਪੇਸ਼ੈਂਟਸ ਲਈ, ਖਾਸ ਕਰ ਜਦੋਂ ਆਪਾਂ ਮੁਕਰ ਮਾਈਕੋਸਿਸ ਦੀ ਗੱਲ ਕਰੀਏ। ਬਲੈਕ ਫੰਗਸ ਨੂੰ ਮੁਕਰ ਮਾਈਕੋਸਿਸ ਵੀ ਕਿਹਾ ਜਾਂਦਾ ਹੈ। ਔਰ ਅਸੀਂ ਇੱਕ ਗੱਲ ਹੋਰ ਕਹਿਣਾ ਚਾਹਾਂਗੇ, ਅਸੀਂ ਪਿਛਲੇ ਕੁਝ ਦਿਨਾਂ 'ਚ ਦੇਖਿਆ ਹੈ ਕਿ ਡਾਕਟਰਸ ਨੇ ਵੀ ਜਿਹੜੀ ਸਟੀਰੋਇਡਸ ਦੀ ਪ੍ਰਿਸਕ੍ਰਿਪਸ਼ਨ ਹੈ ਜਾਂ ਸਟੀਰੋਇਡਸ ਦਾ ਯੂਜ਼ ਆ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਤਾਂ ਅਸੀਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹਾਂਗੇ ਕਿ ਆਰ ਡਾਕਟਰਸ ਓਵਰ ਪ੍ਰੈਸਕ੍ਰਾਈਬਿੰਗ ਸਟੀਰੋਇਡਸ ਜਾਂ ਸਟੀਰੋਇਡਸ ਦਾ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ, ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ ਕਿ ਬਲੈਕ ਫੰਗਸ ਨਾਮ ਦੀ ਬਿਮਾਰੀ ਦਾ ਜਨਮ ਹੋ ਰਿਹਾ ਜਾਂ ਉਹ ਵੱਧ ਰਹੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਡਾਕਟਰ ਸਟੀਰੋਇਡ ਜਦੋਂ ਵੀ ਦਿੰਦੇ ਆ ਇੱਕ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਆ, ਔਰ ਪ੍ਰੋਟੋਕੋਲ ਜਿਹੜੇ ਆ ਕੋਵਿਡ ਦੇ ਲਈ ਜੋ ਇੰਟਰਨੈਸ਼ਨਲ ਲੈਵਲ ਦੇ, ਨੈਸ਼ਨਲ ਲੈਵਲ ਦੇ, ਜੋ ਉਸ ਦੇ ਅਕੋਰਡਿੰਗ ਹੀ ਸਟੀਰੋਇਡ ਵਗੈਰਾ ਦਾ ਇਸਤੇਮਾਲ ਡਾਕਟਰ ਕਰ ਰਿਹਾ ਹੈ।
ਬਟ ਕਈ ਪੇਸ਼ੈਂਟ ਸੈਂਸਿਟਿਵ ਹੁੰਦੇ ਆ, ਕਈ ਨੂੰ ਅਸੀਂ ਸਟੀਰੋਇਡ ਜ਼ਿਆਦਾ ਡੋਜ਼ ਦੇ ਦਿੰਦੇ, ਉਹਨੂੰ ਕੋਈ ਨਹੀਂ ਹੁੰਦਾ, ਕਈ ਨੂੰ ਥੋੜੀ ਡੋਜ਼ ਦੇ ਉੱਪਰ ਵੀ ਪ੍ਰੋਬਲਮ ਆਉਂਦੀ ਆ। ਡਾਕਟਰ ਸਾਹਿਬ, ਮੈਂ ਇਹ ਪ੍ਰਸ਼ਨ ਇਸ ਲਈ ਉਠਾਇਆ ਸੀ ਕਿਉਂਕਿ ਜ਼ਿਆਦਾ ਕੇਸ ਗੁਜਰਾਤ ਔਰ ਮਹਾਰਾਸ਼ਟਰ 'ਚ ਆਇਆ ਜਿੱਥੇ ਇਹ ਡਿਜ਼ੀਜ਼ ਬਹੁਤ ਹੀ ਤੇਜ਼ੀ ਨਾਲ ਫੈਲੀ ਹੈ। ਤਾਂ ਉੱਥੇ ਜਿੱਦਾਂ ਪੇਸ਼ੈਂਟਸ ਦੇ ਕਈ ਵਾਰ 20-20 25-25 ਦਿਨ ਹਸਪੀਟਲਾਈਜੇਸ਼ਨ ਹੋਈ ਆ। ਜ਼ਿਆਦਾਤਰ ਉਹੀ ਪੇਸ਼ੈਂਟਸ ਨੂੰ ਇਹ ਮਿਊਕਰਮਾਈਕੋਸਿਸ ਹੋਈ ਹੈ ਜਿਨ੍ਹਾਂ ਨੂੰ ਕਾਫੀ ਹੈਵੀ ਡੋਜ਼ਸ ਦਿੱਤੇ ਗਏ ਸੀ ਸਟੀਰੋਇਡਸ ਦੇ, ਜਾਂ ਕਹਿ ਲਓ ਕਿ ਆਪਣੀ ਹਸਪੀਟਲ ਇੰਡਸਟਰੀ ਨੂੰ ਹੀ ਇੰਨਾ ਐਕਸਪੋਜ਼ਰ ਨਹੀਂ ਸੀਗਾ ਕਿ ਸਟੀਰੋਇਡਸ ਦੀ ਕਿੰਨੀ ਮਾਤਰਾ ਦੇਣੀ ਹੈ। ਇੱਕ ਤਰ੍ਹਾਂ ਦਾ ਐਕਸਪੈਰੀਮੈਂਟ ਹੋਇਆ ਹਿੰਦੁਸਤਾਨ ਦੇ ਨਾਲ। ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੋਇਆ ਕੋਈ ਐਕਸਪੈਰੀਮੈਂਟ ਦਾ, ਮੈਂ ਨਹੀਂ ਇਸ ਲੈਵਲ ਤੇ ਕੁਝ ਕਹਿ ਸਕਦਾ। ਇਹ ਤਾਂ ਸਰਕਾਰ ਜਦੋਂ ਐਨਾਲਾਈਜ਼ ਕਰੇਗੀ ਉਸ ਤੋਂ ਬਾਅਦ ਹੀ ਦੱਸੇਗੀ। ਹੋਰ ਵੀ ਬਹੁਤ ਕਾਰਨ ਹੋ ਸਕਦੇ ਆ, ਹੋ ਸਕਦਾ ਸ਼ੂਗਰ ਲੈਵਲ ਨਾ ਚੈੱਕ ਹੋਇਆ ਹੋਵੇ ਪ੍ਰੋਪਰਲੀ, ਜਾਂ ਜੋ ਜਿਸ ਜਗ੍ਹਾ ਦੇ ਉੱਤੇ ਇਹ ਪ੍ਰੋਬਲਮ ਜ਼ਿਆਦਾ ਆਈਆਂ ਉੱਥੇ ਹਸਪੀਟਲ ਜਾਂ ਜੋ ਵੀ ਜਿੱਥੇ ਵੀ ਨਰਸਿੰਗ ਹੋਮਸ ਵਗੈਰਾ ਸੀ ਉੱਥੋਂ ਦੀ ਸਫਾਈ ਵਗੈਰਾ ਕਿਸ ਤਰ੍ਹਾਂ ਸੀ, ਆਕਸੀਜਨ ਕਿਸ ਤਰ੍ਹਾਂ ਦੀ ਸੀ, ਔਰ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਫੈਕਟਰ। ਹੁਣ ਆਪਾਂ ਡਾਕਟਰ ਗੰਗਾ ਰਾਮ ਹਸਪੀਟਲ ਦਾ ਐਗਜ਼ਾਮਪਲ ਲੈ ਲੈਂਦੇ, ਹੰਡਰਡਸ ਆਫ ਕੇਸ ਆਏ ਆ ਉੱਥੇ, ਬਹੁਤ ਹੀ ਸਪੈਸ਼ਲਿਸਟ ਡਾਕਟਰਸ ਹੈਗੇ ਨੇ, ਬਹੁਤ ਹੀ ਅੱਛਾ ਇਨਵਾਇਰਨਮੈਂਟ ਹੈਗਾ ਆ। ਔਰ ਜ਼ਿਆਦਾਤਰ ਉਹਨਾਂ ਪੇਸ਼ੈਂਟਸ ਨੂੰ ਆਏ ਆ ਜਿਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ ਘਰ ਗਿਆ ਨੂੰ, ਕਿਸੇ ਨੂੰ 3 ਦਿਨ ਹੋਏ ਸੀ, ਕਿਸੇ ਨੂੰ 4 ਦਿਨ ਹੋਏ ਸੀ, ਕਿਸੇ ਨੂੰ 5 ਦਿਨ ਹੋਏ ਸੀ। ਛਠੇ ਦਿਨ ਜਦੋਂ ਉਹਨਾਂ ਦੀ ਇਮਿਊਨਿਟੀ ਕਾਫੀ ਡਾਊਨ ਹੋ ਚੁੱਕੀ ਸੀ ਸਟੀਰੋਇਡਸ ਦੇ ਕਾਰਨ, ਜਾਂ ਜਿੱਦਾਂ ਤੁਸੀਂ ਦੱਸਿਆ ਸਾਡੇ ਦਰਸ਼ਕਾਂ ਨੂੰ ਡਾਇਬਟੀਜ਼ ਦੇ ਕਾਰਨ ਡਾਇਬਟੀਜ਼ ਸ਼ੂਟ ਅਪ ਹੋਈ ਹੈ, ਡਾਇਬਟੀਜ਼ ਦਾ ਪ੍ਰੋਪਰ ਕੰਟਰੋਲ ਨਹੀਂ ਹੋ ਪਾਇਆ, ਉਹਨਾਂ ਦੀ ਇਮਿਊਨਿਟੀ ਡਾਊਨ ਚਲੇ ਗਈ ਹੈ, ਤਾਂ ਉਸ ਵਜ੍ਹਾ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹੋਈ। ਉਸ ਤੋਂ ਬਾਅਦ ਕੀ ਇਹਦਾ ਕੋਈ ਹੱਲ ਨਹੀਂ ਹੈ ਕਿ ਜਦੋਂ ਕੋਵਿਡ-19 ਹੋ ਰਿਹਾ ਹੈ ਜਾਂ ਕੁਝ ਹੋ ਰਿਹਾ ਹੈ ਕਿ ਉਦੋਂ ਆਪਾਂ ਸਟੀਰੋਇਡਸ ਦਾ ਯੂਜ਼ ਥੋੜ੍ਹਾ ਜਿਹਾ ਲਿਮਿਟ ਕਰ ਸਕੀਏ ਕਿ ਪੇਸ਼ੈਂਟਸ ਦੀ ਇਮਿਊਨਿਟੀ ਇੰਨਾ ਜ਼ਿਆਦਾ ਡਾਊਨ ਨਾ ਜਾ ਸਕੇ? ਕਿਉਂਕਿ ਕਰੋਨਾ ਇੱਕ ਆਪਣੇ ਆਪ ਦੇ ਵਿੱਚ ਇੱਕ ਨਵੀਂ ਮਹਾਮਾਰੀ ਆ, ਡੇਲੀ ਰਿਸਰਚ ਹੋ ਰਹੀ ਆ। ਤੁਸੀਂ ਦੇਖ ਲਓ ਕਿ ਜਿਹੜੇ ਸ਼ਡਿਊਲਸ ਜਿਹੜੇ ਹੈਗੇ ਟ੍ਰੀਟਮੈਂਟ ਦੇ ਸ਼ਡਿਊਲ ਵੀ ਚੇਂਜ ਹੋ ਰਹੇ ਆ। ਔਰ ਬਲੈਕ ਫੰਗਸ ਤਾਂ ਇੱਕ ਤਾਂ ਪਹਿਲਾਂ ਹੀ ਅਨਵਾਂਟਡ ਗੈਸਟ ਸਾਡੇ ਕੋਲ ਬੈਠਾ ਸੀ, ਇੱਕ ਹੋਰ ਗੈਸਟ ਅਨਵਾਂਟਡ ਸਾਡੇ ਕੋਲ ਆ ਗਿਆ, ਔਰ ਜਿਹਦੀ ਕੋਈ ਜ਼ਰੂਰਤ ਨਹੀਂ ਸੀ ਸਾਨੂੰ ਬਿਲਕੁਲ ਵੀ। ਅਸੀਂ ਔਰ ਸਾਰਾ ਦੁਨੀਆ ਜੋ ਹੈ ਇਹ ਅਨਵਾਂਟਡ ਜਿਹੜੀ ਚੀਜ਼ ਹੈਗੀ ਆ, ਹੁਣ ਕਿਸ ਤਰ੍ਹਾਂ ਕਿ ਟ੍ਰੀਟਮੈਂਟ ਦਾ ਸ਼ਡਿਊਲ, ਟ੍ਰੀਟਮੈਂਟ ਕਿਸ ਤਰ੍ਹਾਂ ਦੀ ਦੇਣੀ ਹੈ, ਔਰ ਇਹ ਤਾਂ ਹਲੇ ਇਟਸ ਏ ਮੈਟਰ ਆਫ ਰਿਸਰਚ। ਇਹ ਤਾਂ ਰਿਸਰਚ ਹੋ ਰਹੀ ਹੈ ਡੇ ਬਾਈ ਡੇ ਕਿ ਕਿਸ ਤਰ੍ਹਾਂ ਕੀ ਹੋਇਆ, ਕਿਸ ਤਰ੍ਹਾਂ ਕਰਨਾ ਚਾਹੀਦਾ ਸੀ, ਕੀ ਹੋਇਆ ਹੈ। ਇਹ ਤਾਂ ਜਿਸ ਤਰ੍ਹਾਂ ਪੂਰੇ ਪੈਨਲ ਡਿਸਕਸ਼ਨਸ ਹੋਏਗੀ, ਡਿਫਰੈਂਟ ਲੈਵਲ ਦੇ ਸਾਰੇ ਡਾਕਟਰਸ ਜੋ ਬੈਠ ਕੇ ਜੋ ਇੱਕ ਐਨਾਲਾਈਜ਼ ਰਿਸਰਚ ਕਰਨਗੇ, ਉਸ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਜਿੱਥੇ ਤੱਕ ਡਾਕਟਰ ਸਾਹਿਬ ਐਨਾਲਾਈਜ਼ ਦਾ ਸਵਾਲ ਹੈ, ਇੱਕ ਰੈਮਡੈਸੀਵਿਰ ਇੰਜੈਕਸ਼ਨ ਹੈ ਜਿਹਦਾ ਬਹੁਤ ਹੀ ਜ਼ਿਆਦਾ ਯੂਜ਼ ਹੋ ਰਿਹਾ ਸੀ ਕੋਵਿਡ-19 ਦੇ ਕਹਿ ਲਓ ਇਲਾਜ ਦੇ ਵਿੱਚ ਜਾਂ ਉਹਦੀ ਪ੍ਰਸਕ੍ਰਿਪਸ਼ਨ ਦੇ ਵਿੱਚ, ਔਰ ਅਸੀਂ ਦੇਖਿਆ ਕਿ 700-800 ਦਾ ਇੰਜੈਕਸ਼ਨ 30-30 ਹਜ਼ਾਰ ਤੱਕ ਬਲੈਕ ਵੀ ਹੋਇਆ। ਔਰ ਹੁਣੇ ਹੀ 3-4 ਡੇਜ਼ ਬੈਕ ਨਿਊਜ਼ ਆ ਰਹੀ ਹੈ ਕਿ WHO ਨੇ ਉਹਨੂੰ ਲਿਸਟ 'ਚੋਂ ਹੀ ਕੱਢ ਦਿੱਤਾ ਕਿ ਕੋਵਿਡ-19 ਦੀ ਤਰੀਕਾ ਹੈ ਰੈਮਡੈਸੀਵਿਰ। ਹੁਣ ਇਸ ਚੀਜ਼ ਨੂੰ ਆਪਾਂ ਐਕਸਪੈਰੀਮੈਂਟ ਕਹਿ ਸਕਦੇ ਹਾਂ ਕਿ ਰੈਮਡੈਸੀਵਿਰ ਵੀ ਕਿਸੇ ਪੇਸ਼ੈਂਟ ਦੀ ਇਮਿਊਨਿਟੀ ਡਾਊਨ ਕਰ ਸਕਦਾ ਹੈ। ਇੰਜੈਕਸ਼ਨ ਕਈ ਪੇਸ਼ੈਂਟਸ ਨੂੰ ਅਸੀਂ ਦੇਖਿਆ 10-10 15-15 20 ਇੰਜੈਕਸ਼ਨ ਲੱਗੇ ਕਿ ਉਸ 20 ਇੰਜੈਕਸ਼ਨ ਨਾਲ ਉਹਦੀ ਇਮਿਊਨਿਟੀ ਡਾਊਨ ਹੋਈ ਹੈ। ਕਿ ਇਮਿਊਨਿਟੀ ਡਾਊਨ ਦਾ ਉਹ ਜ਼ਿੰਮੇਵਾਰ ਕੌਣ ਹੈ? ਹੁਣ WHO ਨੇ ਖੁਦ ਹੀ ਕਹਿਤਾ ਰੈਮਡੈਸੀਵਿਰ ਇੰਜੈਕਸ਼ਨ ਇਸ ਟ੍ਰੀਟਮੈਂਟ ਦੇ ਕਾਬਿਲ ਹੀ ਨਹੀਂ ਹੈ ਕੋਵਿਡ-19, ਉਹਨੂੰ ਲਿਸਟ 'ਚੋਂ ਹੀ ਮੈਡੀਸਨ ਦੀ ਲਿਸਟ 'ਚੋਂ ਹੀ ਕੱਢ ਦਿੱਤਾ WHO ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਰੀਆਂ ਚੀਜ਼ਾਂ ਸਾਰੀਆਂ ਜੋ ਵੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜੋ ਹੈਲਥ ਆਰਗੇਨਾਈਜੇਸ਼ਨਸ ਹੈ ਉਹ ਰਿਸਰਚ ਕਰ ਰਹੀਆਂ ਕਿ ਕਿਸ ਲੈਵਲ ਦੇ ਉੱਤੇ ਕਿੱਥੇ ਕੀ ਪ੍ਰੋਬਲਮ ਆਈ ਆ, ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਸੀ। ਔਰ ਮੇਰੇ ਖਿਆਲ ਨਾਲ ਕਿ ਔਰ ਜਦੋਂ ਸਾਰੇ ਬੈਠਣਗੇ ਤਾਂ ਕੁਝ ਅੱਛਾ ਰਿਜ਼ਲਟ ਸਾਰਿਆਂ ਸਾਹਮਣੇ ਆਏਗਾ। ਸੋ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਕਿਉਂਕਿ ਇਹ ਇੱਕ ਮਹਾਮਾਰੀ ਨਵੀਂ ਹੈ ਕੋਵਿਡ-19, ਉਹਦੇ ਰਿਜ਼ਲਟ ਦੇ ਵਿੱਚ ਇੱਕ ਜਿਹੜਾ ਮਿਊਕਰਮਾਈਕੋਸਿਸ, ਬਲੈਕ ਫੰਗਸ ਔਰ ਵਾਈਟ ਫੰਗਸ ਵੀ ਹੁਣ ਆ ਚੁੱਕਾ ਸਾਹਮਣੇ। ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਸਾਈਡ ਇਫੈਕਟਸ, ਕਿਉਂਕਿ ਸਾਡੇ ਜਿਹੜੀ ਜਨਤਾ ਹੈਗੀ, ਜਿਹੜੇ ਪੇਸ਼ੈਂਟਸ ਹੈਗੇ ਆ, ਉਹਨਾਂ ਦੀ ਇਮਿਊਨਿਟੀ ਡਾਊਨ ਜਾ ਰਹੀ। ਇਮਿਊਨਿਟੀ ਜਾਣ ਦਾ ਕਾਰਨ ਇੱਕ ਸੀਗਾ ਕਿ ਹਾਇਰ ਡਾਇਬਟੀਜ਼, ਹਾਇਰ ਬਲੱਡ ਸ਼ੂਗਰ ਲੈਵਲ, ਔਰ ਉਹਦਾ ਪ੍ਰੋਪਰ ਟਾਈਮ ਸੇ ਟ੍ਰੀਟਮੈਂਟ ਨਹੀਂ ਹੋ ਪਾਇਆ। ਔਰ ਦੂਸਰਾ ਕੋਵਿਡ-19 ਨੇ ਆਪਣੇ ਆਪ ਦੇ ਵਿੱਚ ਇੰਨੀ ਕਿ ਮਹਾਮਾਰੀ ਫੈਲੀ ਕਿ ਲੋਕਾਂ ਦੀ ਇਮਿਊਨਿਟੀ ਡਾਊਨ ਚੱਲ ਗਈ। ਕਾਰਨ ਸੀ ਉਹਦੇ ਵਿੱਚ ਜਿਹੜਾ ਸਟੀਰੋਇਡਸ ਦਾ ਯੂਜ਼ ਹੋਇਆ, ਐਕਸੈਸਿਵ ਯੂਜ਼ ਹੋਇਆ ਸਟੀਰੋਇਡਸ ਦਾ, ਜ਼ਰੂਰਤ ਤੋਂ ਜ਼ਿਆਦਾ ਯੂਜ਼ ਹੋਇਆ। ਔਰ ਕੁਝ ਲੋਕਾਂ ਨੇ ਆਪਣੇ ਆਪ ਕੀਤਾ ਬਿਨਾਂ ਡਾਕਟਰਸ ਦੀ ਪ੍ਰਸਕ੍ਰਿਪਸ਼ਨ ਤੋਂ, ਕੁਝ ਡਾਕਟਰਸ ਵੱਲੋਂ ਹੀ ਕਰਨਾ ਪਿਆ ਕਿਉਂਕਿ ਇੱਕ ਲਾਈਫ ਸੇਵਿੰਗ ਮੈਡੀਸਨ ਦੇ ਰੂਪ 'ਚ ਸਟੀਰੋਇਡਸ ਉੱਭਰ ਕੇ ਆਈ ਸੀ, ਕਿਉਂਕਿ ਸਾਡੇ ਕੋਲ ਕੋਈ ਹੋਰ ਇਲਾਜ ਨਹੀਂ ਸੀਗਾ ਇਸ ਕੋਵਿਡ-19 ਨੂੰ, ਬਿਮਾਰੀ ਨੂੰ ਖਤਮ ਕਰਨ ਦਾ। ਔਰ ਉਸ ਦੇ ਨਾਲ ਇੱਕ ਸਾਈਡ ਪ੍ਰੋਡਕਟ ਆਇਆ ਹੈ। ਹੁਣ ਸਾਈਡ ਪ੍ਰੋਡਕਟਸ ਦੇ ਵਿੱਚ ਹੀ ਜਿੱਦਾਂ ਹੁਣ ਇੱਕ ਕਹਿ ਲਓ ਕਿ ਗਿਫਟ ਦੇ ਰੂਪ 'ਚ ਬਿਮਾਰੀਆਂ ਵੀ ਸਾਹਮਣੇ ਆ ਗਈਆਂ।
ਜਿਹਨੂੰ ਹੁਣ ਆਪਾਂ ਮਿਊਕਰ ਮਾਈਕੋਸਿਸ ਬਲੈਕ ਫੰਗਸ ਦਾ ਨਾਮ ਦਿੱਤਾ, ਔਰ ਵਾਈਟ ਫੰਗਸ ਵੀ ਉੱਭਰ ਕੇ ਆਈ ਆ, ਕਿ ਜਿਹਦੇ ਵਿੱਚ ਐਨਵਾਇਰਨਮੈਂਟ ਦੇ ਵਿੱਚ ਹੀ ਜਿਹੜੀ ਉੱਲੀ ਹੈਗੀ ਉਹਨੂੰ ਹੀ ਅਸੀਂ ਗ੍ਰਹਿਣ ਕਰਕੇ ਅੰਦਰ ਇੱਕ ਹੋਰ ਜਨਮ ਦੇ ਰਹੇ ਹਾਂ। ਉਹ ਇਸ ਲਈ ਗ੍ਰਹਿਣ ਕਰ ਪਾ ਰਹੇ ਹਾਂ ਕਿਉਂਕਿ ਸਾਡੇ ਅੰਦਰ ਦੀ ਇਮਿਊਨਿਟੀ ਡਾਊਨ ਚੱਲ ਗਈ ਆ। ਤੋ ਅਸੀਂ ਹੁਣ ਡਾਕਟਰ ਸਾਹਿਬ ਨੂੰ ਇੱਕ ਗੱਲ ਇਹ ਪੁੱਛਣਾ ਚਾਹਾਂਗੇ, ਜਿੱਥੇ ਤੱਕ ਇਮਿਊਨਿਟੀ ਦਾ ਸਵਾਲ ਹੈ ਜਾਂ ਕੋਵਿਡ-19 ਤੋਂ ਬਚਣ ਦਾ ਸਵਾਲ ਹੈ, ਕਿਉਂਕਿ ਕੋਵਿਡ-19 ਤੋਂ ਬਚ ਗਏ ਤਾਂ ਤੁਸੀਂ ਬਲੈਕ ਫੰਗਸ ਤੋਂ ਆਪਣੇ ਆਪ ਬਚ ਗਏ। ਕੀ ਵੈਕਸੀਨੇਸ਼ਨ ਇੱਕ ਇਹਦਾ ਹੱਲ ਹੈਗਾ ਕਿ ਡਾਕਟਰ ਸਾਹਿਬ ਵੈਕਸੀਨੇਸ਼ਨ ਰਿਕਮੈਂਡ ਕਰਨਗੇ ਆਲ ਓਵਰ ਇੰਡੀਆ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਉਹਨਾਂ ਨੂੰ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ ਤਾਂ ਕਿ ਕੋਵਿਡ-19 ਤੋਂ ਬਚਣ, ਕੋਵਿਡ-19 ਤੋਂ ਬਚਣਗੇ ਤਾਂ ਬਲੈਕ ਫੰਗਸ ਤੋਂ ਆਪਣੇ ਆਪ ਬਚ ਜਾਣਗੇ? ਹਾਂਜੀ ਡਾਕਟਰ ਸਾਹਿਬ। ਅਸੀਂ ਅੱਜ ਵਾਈਟ ਹਾਊਸ ਤੋਂ ਪਿਕਚਰਸ ਕੱਲ੍ਹ ਦੇਖੀਆਂ, ਟੀਵੀ ਤੇ ਆਈਆਂ ਕਿ ਉਹਨਾਂ ਨੇ ਮਾਸਕ ਜੋ ਹੈ ਉਹ ਤੋਂ ਉਤਾਰ ਦਿੱਤੇ ਹੈ ਔਰ ਉਤਾਰੇ ਉਹਨਾਂ ਨੇ ਆ ਮਾਸਕ। ਉੱਥੇ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ ਜਿਹੜੀਆਂ ਫਾਈਜ਼ਰ ਜਾਂ ਜੋ ਵੀ ਉੱਥੋਂ ਦਾ ਇੰਜੈਕਸ਼ਨ ਹੈ 2 ਡੋਜ਼ੇ ਲਗਵਾ ਲਈਆਂ, ਉਹ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਔਰ ਅਲਟੀਮੇਟਲੀ ਤਾਂ ਇਹ ਜੋ ਬਿਮਾਰੀ ਆਈ ਹੈ ਇਹਦਾ ਐਂਡ ਵੀ ਇੱਕ ਹੋਣਾ ਹੀ ਹੈ। ਔਰ ਅੱਜ ਹੀ ਮੈਂ ਪੜ੍ਹ ਰਿਹਾ ਸੀ ਕਿ 2-4 ਸਾਲ ਬਾਅਦ ਇਹ ਬਿਮਾਰੀ ਵੀ ਇੱਕ ਨਾਰਮਲ, ਜਿੱਦਾਂ ਇੱਕ ਨਾਰਮਲ ਫਲੂ ਹੁੰਦਾ ਉਹਦੇ ਵਾਂਗੂ ਇੱਕ ਵਾਇਰਲ ਡਿਜ਼ੀਜ਼ ਹੋਏਗੀ, ਕੋਈ ਜ਼ਿਆਦਾ ਡੇਂਜਰਸ ਨਹੀਂ ਹੋਏਗੀ। ਇਸ ਕਰਕੇ ਇਹਦਾ ਕਿਤੇ ਨਾ ਕਿਤੇ ਤਾਂ ਜੋ ਇਸ ਦੁਨੀਆ ਜੋ ਪੈਂਡੈਮਿਕ ਆਇਆ ਹੈ ਕਿਸੇ ਲੈਵਲ ਤੇ ਐਂਡ ਤਾਂ ਹੋਏਗਾ ਨਾ। ਔਰ ਉਸ ਐਂਡ ਕਰਨ ਦੇ ਲਈ ਸਾਨੂੰ ਜੋ ਸਰਕਾਰ ਵੱਲੋਂ 3 ਚੀਜ਼ਾਂ, ਸੋਸ਼ਲ ਡਿਸਟੈਂਸਿੰਗ ਦਿੱਤੀ ਗਈ ਹੈ ਔਰ ਸੈਨੀਟਾਈਜੇਸ਼ਨ ਦਿੱਤੀ ਗਈ ਹੈ ਔਰ ਮਾਸਕ ਦਿੱਤਾ ਗਿਆ ਕਿ ਇਹ 3 ਚੀਜ਼ਾਂ ਤੁਸੀਂ ਵੀਅਰ ਕਰੋ। ਇਹ ਤਾਂ ਸਾਨੂੰ ਕਰਨੀਆਂ ਹੀ ਪੈਣਗੀਆਂ ਜਦ ਤੱਕ ਇੰਜੈਕਸ਼ਨ ਨਹੀਂ ਲੱਗਦਾ। ਇੰਜੈਕਸ਼ਨ ਲੱਗੇਗਾ, 2 ਡੋਜ਼ ਲੱਗਣਗੀਆਂ, ਜੋ ਵੀ ਡਾਕਟਰਸ ਦੀ ਰਿਕਮੈਂਡੇਸ਼ਨ ਹੈ, ਸਰਕਾਰ ਦੀ ਰਿਕਮੈਂਡੇਸ਼ਨਸ ਹੈ, ਉਹਦੇ ਨਾਲ ਸਾਡੇ ਅੰਦਰ ਹਰਡ ਇਮਿਊਨਿਟੀ ਪੈਦਾ ਹੋਏਗੀ। ਹਰਡ ਇਮਿਊਨਿਟੀ ਦਾ ਮਤਲਬ ਕੀ ਆ ਕਿ ਸਾਡੇ ਅੰਦਰ ਇਹਦੇ ਨਾਲ ਐਂਟੀਬਾਡੀਜ਼ ਜੋ ਹਨ ਉਹ ਪੈਦਾ ਹੋ ਜਾਣਗੀਆਂ ਤਾਂ ਕਿ ਕੋਈ ਵਾਇਰਸ ਆਂਦਾ ਵੀ ਹੈ ਤਾਂ ਸਾਡੀ ਬਾਡੀ ਹੀ ਉਹਨੂੰ ਰਿਐਕਟ ਕਰਕੇ ਖਤਮ ਹੋ ਜਾਏਗੀ, ਉਹਦੇ ਕੋਈ ਸਿੰਪਟਮਸ ਵਗੈਰਾ ਨਹੀਂ ਆਣਗੇ। ਸੋ ਸਾਨੂੰ ਇੰਜੈਕਸ਼ਨ ਜੋ ਸਰਕਾਰ ਕਹਿ ਰਹੀ ਹੈ ਉਹ ਲਗਵਾਉਣੇ ਚਾਹੀਦੇ ਹਨ ਔਰ ਜਿਸ ਤਰ੍ਹਾਂ ਦਾ ਸ਼ਡਿਊਲ ਦੇ ਰਹੀ ਹੈ ਉਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਸਾਨੂੰ, ਮੈਂ ਤਾਂ ਇਸ ਫੇਵਰਾਂ 'ਚ ਇੰਜੈਕਸ਼ਨ ਜ਼ਰੂਰ ਲਗਵਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਇਸ ਬਿਮਾਰੀ ਤੋਂ ਉੱਭਰ ਕੇ ਬਾਹਰ ਆਈਏ। ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਕੰਮ ਕਰ ਰਹੇ ਸੀਗੇ ਦੁਨੀਆ ਦੇ ਵਿੱਚ, ਪਹਿਲਾਂ ਅਸੀਂ ਆਪਣੇ ਸਾਰੇ ਜੋ ਬਿਜ਼ਨਸ ਵਗੈਰਾ ਸਾਰੇ ਉਸ ਤਰੀਕੇ ਦੇ ਨਾਲ ਜਿੰਨੇ ਵੀ ਸਾਰੇ ਹਨ ਆਪਣੇ ਉਸੇ ਕੰਮਾਂ ਕਾਰਾਂ 'ਤੇ ਵਾਪਸ ਆਉਣ ਔਰ ਇੱਕ ਟੈਨਸ਼ਨ ਫਰੀ ਲਾਈਫ, ਇੱਕ ਡਿਜ਼ੀਜ਼ ਫਰੀ ਲਾਈਫ ਅਸੀਂ ਜੀਏ। ਸੋ ਡਾਕਟਰ ਸਾਹਿਬ ਕਹਿੰਦੇ ਆ ਨਾ, ਬਿਮਾਰੀ ਤੋਂ ਬਚਣ ਲਈ ਹਰਡ ਇਮਿਊਨਿਟੀ ਬਹੁਤ ਜ਼ਰੂਰੀ ਹੈ, ਚਾਹੇ ਉਹ ਨੋਵਲ ਕਰੋਨਾ ਵਾਇਰਸ ਹੈ, ਚਾਹੇ ਉਹਦਾ ਰਿਜ਼ਲਟੈਂਟ ਮਿਊਕਰ ਮਾਈਕੋਸਿਸ ਹੈ। ਔਰ ਵੈਕਸੀਨੇਸ਼ਨ ਇੱਕ ਬਹੁਤ ਹੀ ਵਧੀਆ ਹੱਲ ਹੈ ਹਰਡ ਇਮਿਊਨਿਟੀ ਬਣਾਉਣ ਦਾ, ਕਿ ਸਾਰਿਆਂ ਦੇ ਵਿੱਚ ਜਿਹੜੀ ਸਾਡੀ ਜਨਤਾ ਹੈਗੀ ਹੈ, ਚਾਹੇ ਉਹ ਦੁਨੀਆ ਦੀ ਕਿਸੇ ਵੀ ਕੰਟਰੀ ਦੇ ਵਿੱਚ ਹੈ, ਉਹ ਹਰਡ ਇਮਿਊਨਿਟੀ ਬਣ ਜਾਏ। ਉਹਦਾ ਇੱਕੋ ਇੱਕ ਤਰੀਕਾ ਹੈ ਵੈਕਸੀਨੇਸ਼ਨ। ਔਰ ਸਾਰਿਆਂ ਨੂੰ ਉਹ ਰਾਏ ਦਿੰਦੇ ਨੇ ਕਿ ਵੈਕਸੀਨੇਸ਼ਨ ਜ਼ਰੂਰ ਕਰਾਓ। ਗਵਰਨਮੈਂਟ ਦੀਆਂ ਜੋ ਗਾਈਡਲਾਈਨਸ ਆ ਉਹਦੇ ਅਕੋਰਡਿੰਗਲੀ ਤੁਸੀਂ ਵੈਕਸੀਨੇਸ਼ਨ ਸੈਂਟਰਸ ਜਿਹੜੇ ਵੀ ਬਣੇ ਆ ਉੱਥੇ ਜਾ ਕੇ ਵੈਕਸੀਨੇਟ ਜ਼ਰੂਰ ਕਰਾਓ ਆਪਣੇ ਆਪ ਨੂੰ। ਔਰ ਡਾਕਟਰ ਸਾਹਿਬ ਨੇ ਜਿੱਦਾਂ ਰਾਜਨ ਆਈ ਕੇਅਰ ਹਸਪੀਟਲ ਚਲਾ ਰਹੇ ਨੇ, ਅਸੀਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹਾਂਗੇ ਇੱਥੇ ਹਰ ਤਰ੍ਹਾਂ ਦੀ ਸਰਜਰੀ ਅਵੇਲੇਬਲ ਹੈ ਕਿ ਜਿਹੜੇ ਸਾਡੇ ਵਿਊਅਰਸ ਹੈਗੇ ਆ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਈ ਪ੍ਰੋਬਲਮ ਹੋਈ ਤਾਂ ਤੁਹਾਡੇ ਕੋਲ ਆ ਸਕਣ। ਤਾਂ ਹਰ ਤਰ੍ਹਾਂ ਦੀ ਜਿੱਦਾਂ ਆਈਜ਼ ਦੀ ਸਰਜਰੀ ਅਵੇਲੇਬਲ ਹੈ ਇੱਥੇ। ਜਿਸ ਤਰ੍ਹਾਂ ਆਪਾਂ ਕੋਰੋਨਾ ਤੇ ਕੋਵਿਡ 'ਤੇ ਗੱਲ ਕਰ ਰਹੇ ਹਾਂ, ਮੈਂ ਲਾਸਟ ਗੱਲ ਕਹਿਣਾ ਚਾਹਾਂਗਾ ਕਿ ਇਸ ਤੋਂ ਪੈਨਿਕ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਆਪ ਨੂੰ ਤਾਂ ਦੇਖਣਾ ਕਿ ਸਾਡੀ ਇਮਿਊਨਿਟੀ ਕਿਸ ਤਰ੍ਹਾਂ ਰਹਿੰਦੀ ਹੈ। ਸਵੇਰੇ ਉੱਠ ਕੇ ਥੋੜ੍ਹਾ ਜਿਸ ਤਰ੍ਹਾਂ ਦੀ ਐਕਸਰਸਾਈਜ਼ ਵਗੈਰਾ ਕਰਨੀ ਚਾਹੀਦੀ ਹੈ, ਸ਼ੂਗਰ ਲੈਵਲ ਕੰਟਰੋਲ ਕਰੋ, BP ਲੈਵਲ ਕੰਟਰੋਲ ਕਰੋ ਔਰ ਅੱਛਾ ਜੋ ਫੂਡ ਹੈ, ਫਰੂਟਸ ਵਗੈਰਾ, ਜਿਸ ਤਰ੍ਹਾਂ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ। ਜੋ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਨਾਂ ਸਾਡੀ ਇਮਿਊਨਿਟੀ ਵੱਧਦੀ ਹੈ ਉਹ ਚੀਜ਼ਾਂ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਪਣੇ ਆਪ ਨਾਲ ਇਨਵਾਈਟ ਕਰੀਏ ਇਸ ਡਿਜ਼ੀਜ਼ ਨੂੰ ਕਿ ਸਾਨੂੰ ਕੈਚ ਅਪ ਕਰੋ। ਔਰ ਦੂਸਰੀ ਗੱਲ, ਤੁਸੀਂ ਆਈ ਪ੍ਰੋਬਲਮਸ ਦੀ ਗੱਲ ਕੀਤੀ ਤਾਂ ਉਹ ਜੋ ਵੀ ਲੇਟੈਸਟ ਟੈਕਨੋਲੋਜੀ ਹੈ, ਚਾਹੇ ਉਹ ਲੇਸਿਕ ਲੇਜ਼ਰ ਹੋਵੇ ਟੂ ਗੈਟ ਰੈਡ ਆਫ ਗਲਾਸਿਸ ਇਨ 10 ਮਿੰਟਸ, ਬਲੇਡ ਫ੍ਰੀ ਲੇਸਿਕ ਸਰਜਰੀ, ਬਲੇਡ ਫ੍ਰੀ ਕੈਟਰੈਕਟ ਸਰਜਰੀ ਐਂਡ ਕਿ ਜੋ ਵੀ ਐਡਵਾਂਸਮੈਂਟਸ ਹਨ, ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਮਸ਼ੀਨਸ ਹਨ, ਗਲੂਕੋਮਾ ਕਲੀਨਿਕ, ਰੈਟੀਨਾ ਕਲੀਨਿਕ, ਪੀਡੀਆਟ੍ਰਿਕ ਅਪਥਲਮੋਲੋਜੀ, ਅਲੱਗ-ਅਲੱਗ ਡਿਪਾਰਟਮੈਂਟ ਸਾਡੇ ਹਸਪੀਟਲ ਦੇ ਵਿੱਚ ਹਨ ਔਰ ਹਰ ਤਰ੍ਹਾਂ ਦੀ। ਔਰ ਸਾਡਾ ਜੋ ਹਸਪੀਟਲ ਹੈ ਜ਼ਿਲ੍ਹੇ ਦਾ ਪਹਿਲਾ ਇਸ ਤਰ੍ਹਾਂ ਹਸਪੀਟਲ ਹੈ ਜੋ ਪਹਿਲਾ ਜ਼ਿਲ੍ਹੇ ਦੇ ਵਿੱਚ NAB 'ਚ ਐਕ੍ਰੈਡਿਟਡ ਹਸਪੀਟਲ ਸੀਗਾ ਔਰ ਅਸੀਂ ਜ਼ਿਲ੍ਹੇ ਦੇ ਵਿੱਚ ਪਹਿਲੇ ਹੀ ਕੋਰਨੀਆ ਟ੍ਰਾਂਸਪਲਾਂਟੇਸ਼ਨ ਸੈਂਟਰ ਵੀ ਹੈ। ਸਾਡੇ ਕੋਰਨੀਆ ਗਵਰਨਮੈਂਟ ਆਫ ਪੰਜਾਬ ਨੇ ਸਾਨੂੰ ਕੋਰਨੀਆ ਟ੍ਰਾਂਸਫਰ ਕਰਨ ਦੀ ਵੀ ਜੋ ਹੈ ਸਾਨੂੰ ਆਥੋਰਾਈਜ਼ ਕੀਤਾ ਹੋਇਆ ਹੈ। ਤੋ ਔਰ ਇਹਦੇ ਨਾਲ ਨਾਲ ਅਸੀਂ ਹਜ਼ਾਰਾਂ ਮਰੀਜ਼ਾਂ ਦੇ ਫ੍ਰੀ ਆਪਰੇਸ਼ਨ ਕੈਂਪ ਦੇ ਵਿੱਚ ਫ੍ਰੀ ਜੋ ਹੈ ਸਰਜਰੀ ਵੀ ਕੀਤੀ ਹੈ। ਔਰ ਮੈਂ ਕਰਦਾ ਹਾਂ ਸਾਰਿਆਂ ਨੂੰ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਹੁੰਦੀ ਹੈ, ਤੁਸੀਂ ਆਪਣੇ ਨੇੜਲੇ ਹਸਪੀਟਲ ਦੇ ਵਿੱਚ ਜ਼ਰੂਰ ਜਾ ਸਕਦੇ ਹੋ। ਸਾਡੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਅਸੀਂ ਵੀ ਜੋ ਹੈ ਮੰਡੇ ਟੂ ਸੈਚਰਡੇ ਸਵੇਰੇ 10 ਤੋਂ ਲੈ ਕੇ 3 ਵਜੇ ਤੱਕ ਅਸੀਂ ਅਵੇਲੇਬਲ ਹੁੰਦੇ ਹਾਂ। ਸੋ ਡਾਕਟਰ ਐਸ ਰਾਜਨ ਕੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਐਰੀ ਲੈਣਾ ਚਾਹੋ, ਕਮੈਂਟ ਦੇ ਵਿੱਚ ਤੁਸੀਂ ਪਾ ਸਕਦੇ ਹੋ ਤਾਂ ਤੁਹਾਨੂੰ ਉਹਦਾ ਜਵਾਬ ਮਿਲ ਜਾਏਗਾ।
ਔਰ ਅਗਰ ਕੋਈ ਵੀ ਪੇਸ਼ੈਂਟ ਦਿਖਾਉਣਾ ਚਾਹੁੰਦਾ ਤਾਂ ਇੱਥੇ ਆ ਕੇ ਦਿਖਾ ਵੀ ਸਕਦਾ ਹੈ। ਬਾਕੀ ਇਸ ਟਾਈਮ ਅਸੀਂ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਥੈਂਕ ਯੂ ਔਰ ਧੰਨਵਾਦ ਕਹਿਣਾ ਚਾਹਾਂਗੇ, ਕਿਉਂਕਿ ਇੱਕ ਸੋਸ਼ਲ ਵਰਕ ਦੀ ਤਰ੍ਹਾਂ, ਇੱਕ ਸੋਸ਼ਲ ਰਿਸਪੌਂਸਿਬਿਲਟੀ ਦੀ ਤਰ੍ਹਾਂ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਜਾਗਰੂਕ ਕਰਵਾਇਆ ਬਲੈਕ ਫੰਗਸ ਬਾਰੇ, ਮਿਊਕਰ ਮਾਈਕੋਸਿਸ ਬਾਰੇ। ਔਰ ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਵਾਈਟ ਫੰਗਸ ਬਾਰੇ ਵੀ ਤੁਸੀਂ ਜ਼ਰੂਰ ਗਾਈਡ ਕਰ ਦਿਓ ਸਾਡੇ ਪੇਸ਼ੈਂਟ। ਵਾਈਟ ਫੰਗਸ ਹਾਲੇ ਮੈਂ ਕੱਲ੍ਹ ਹੀ ਨਿਊਜ਼ ਪੜ੍ਹੀ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਿ ਇੱਕ ਬਿਹਾਰ ਦੇ ਵਿੱਚ ਸਿਰਫ 4 ਕੇਸ ਰਿਪੋਰਟ ਹੋਏ ਆ ਔਰ ਉਸ ਤੋਂ ਬਾਅਦ ਅੱਜ ਕੋਈ ਨਿਊਜ਼ ਨਹੀਂ ਹੈ। ਔਰ ਮੈਂ ਤਾਂ ਇਹ ਕਹਿੰਦਾ ਵੀ ਇਸ ਤਰ੍ਹਾਂ ਦੀਆਂ ਵਾਈਟ ਫੰਗਸ, ਯੈਲੋ ਫੰਗਸ ਜੋ ਵੀ ਆ ਕੋਈ ਨਾ ਹੀ ਹੋਵੇ। ਔਰ ਕਹਿੰਦੇ ਆ ਕਿ ਇਹ ਜ਼ਿਆਦਾ ਖਤਰਨਾਕ ਹੈ, ਹਾਲੇ ਡਿਟੇਲ ਤਾਂ ਨਹੀਂ ਪਤਾ। ਬਾਕੀ ਜਿਸ ਤਰ੍ਹਾਂ ਟਾਈਮ ਨਿਕਲੇਗਾ ਹੋ ਸਕਦਾ ਕੁਛ ਬਟ ਹੈ ਤਾਂ ਇੱਕ ਉੱਲੀ ਜਿਹੜੀ ਇਨਵਾਇਰਨਮੈਂਟ 'ਚੋਂ ਅਸੀਂ ਕੈਚ ਕੀਤੀ ਇਮਿਊਨਿਟੀ ਲੋ ਕਰਕੇ। ਹਜ਼ਾਰਾਂ ਤਰ੍ਹਾਂ ਦੀਆਂ ਫੰਗਸ ਹਨ, ਹਜ਼ਾਰਾਂ ਤਰ੍ਹਾਂ ਦੇ ਵਾਇਰਸਿਸ, ਬੈਕਟੀਰੀਆ ਹਨ ਸਾਡੇ ਆਸ-ਪਾਸ ਹੀ ਹਨ। ਸਾਡੇ ਜਦੋਂ ਵੀ ਸਾਡੀ ਇਮਿਊਨਿਟੀ ਘਟਦੀ ਹੈ ਸਾਡੇ 'ਤੇ ਡੋਮੀਨੇਟ ਹੋ ਜਾਂਦੇ ਆ ਔਰ ਇਹ ਆਪਣੀਆਂ ਪ੍ਰੋਬਲਮ ਜਿਹੜੀਆਂ ਹਨ ਉਹ ਸਾਡੇ ਦੇ ਵਿੱਚ ਸਰੀਰ ਦੇ ਵਿੱਚ ਸਾਡੇ। ਸੋ ਇਮਿਊਨਿਟੀ ਵਧਾਉਣ ਲਈ ਇੱਕ ਤਾਂ ਅੱਛਾ ਖਾਓ ਪੀਓ, ਗ੍ਰੀਨ ਵੈਜੀਟੇਬਲਸ ਖਾਓ, ਅੱਛੀ ਡਾਈਟ ਲਓ ਔਰ ਸਟੀਰੋਇਡਸ ਤੋਂ ਘੱਟ ਇਸਤੇਮਾਲ ਕਰੋ। ਔਰ ਜਦੋਂ ਵੀ ਇਸਤੇਮਾਲ ਕਰੋ ਡਾਕਟਰ ਦੀ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਕਰੋ ਇਸਤੇਮਾਲ ਉਹਨਾਂ ਦਾ। ਔਰ ਇਹ ਸੀ ਸਾਡੀ ਅੱਜ ਦਾ ਟਾਕ ਵਿਦ ਮਨੂ ਸ਼ੋ ਡਾਕਟਰ ਐਸ ਰਾਜਨ ਜੀ ਨਾਲ। ਬਹੁਤ ਬਹੁਤ ਧੰਨਵਾਦ ਸਾਰੇ ਵਿਊਅਰਸ ਦਾ, ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਬਹੁਤ ਟਾਈਮ ਆਪਣਾ ਬਹੁਮੁੱਲਿਆ ਦੇ ਕੇ ਸਾਡਾ ਅੱਜ ਦਾ ਇਹ ਕਾਰਿਕ੍ਰਮ ਦੇਖਿਆ। ਥੈਂਕ ਯੂ ਵੈਰੀ ਮੱਚ। ਫਿਰ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ।